ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਮੇਰੀ 30 ਸਾਲ ਦੀ ਵਿਧਵਾ ਭੈਣ ਨੇ ਇੱਕ ਲਿਫਾਫਾ ਮੇਰੇ ਵੱਲ ਵਧਾਇਆ ਤੇ ਕਿਹਾ, ਰਮਨ ਇਹ ਤੇਰੇ ਲਈ ਹੈ। ਮੈਂ ਬਹੁਤ ਹੈਰਾਨ ਹੋਇਆ ਕਿਉਂਕਿ ਸਾਡੇ ਘਰ ਦੇ ਹਾਲਾਤ ਇੰਨੇ ਮਾੜੇ ਸਨ ਕਿ ਸਾਨੂੰ 2 ਵਕਤ ਦੀ ਰੋਟੀ ਵੀ ਨਹੀਂ ਮਿਲਦੀ ਸੀ। ਰਾਤ ਵੀ ਸਿਰਫ ਮੇਰੀ ਭੈਣ ਦੇ ਬੇਟੇ ਮੋਨੂ ਨੂੰ ਖਾਣਾ ਮਿਲਿਆ ਸੀ ਤੇ ਅਸੀਂ ਖਾਲੀ ਪੇਟ ਰਾਤ ਕੱਟੀ ਸੀ। ਅਜਿਹੇ ਵਿੱਚ ਇਹ ਤੋਹਫਾ ਮੇਰੇ ਲਈ ਹੈਰਾਨੀਜਨਕ ਸੀ। ਮੈਂ ਸੋਚਾਂ ਵਿੱਚ ਪੈ ਗਿਆ ਸੀ। ਮੈਨੂੰ ਸੋਚਾਂ ਵਿੱਚ ਗਵਾਚਿਆ ਦੇਖ ਕੇ ਮੇਰੀ ਭੈਣ ਬੋਲੀ, ਰਮਨ ਤੂੰ ਇਹ ਲਿਫਾਫਾ ਫੜ। ਮੈਂ ਲਿਫਾਫਾ ਫੜ ਕੇ ਝੱਟ ਖੋਲ੍ਹਿਆ ਤਾਂ ਦੇਖਿਆ ਕਿ ਉਸ ਵਿੱਚ ਬਹੁਤ ਸਾਰੇ ਪੈਸੇ ਸਨ। ਮੈਂ ਕਿਹਾ, ਭੈਣੇ ਇਹ ਕੀ ਹੈ? ਮੇਰੀ ਭੈਣ ਕਹਿਣ ਲੱਗੀ, ਰਮਨ ਇਹ ਪੈਸੇ ਮੈਂ ਆਪਣੇ ਸੋਨੇ ਦੇ ਗਹਿਣੇ ਵੇਚ ਕੇ ਲਿਆਈ ਹਾਂ ਤੇ ਇਹ ਕੁੱਲ 8 ਲੱਖ ਰੁਪਈਆ ਹੈ। ਮੈਂ ਕਿਹਾ, ਭੈਣ ਜੀ ਤੁਸੀਂ ਅਜਿਹਾ ਕਿਉਂ ਕੀਤਾ? ਤੇਰਾ ਪਤੀ ਇਸ ਦੁਨੀਆ ਤੋਂ ਚਲਾ ਗਿਆ ਹੈ। ਇਹ ਗਹਿਣੇ ਤੇਰੇ ਸੀ, ਤੂੰ ਆਪਣੇ ਗਹਿਣੇ ਕਿਉਂ ਵੇਚ ਦਿੱਤੇ? ਕੱਲ ਨੂੰ ਇਹ ਗਹਿਣੇ ਮੋਨੂ ਦੇ ਕੰਮ ਆਉਂਦੇ। ਭੈਣ ਨੇ ਕਿਹਾ, ਅਸੀਂ ਹੁਣ ਰੋਟੀ ਤੋਂ ਭੁੱਖੇ ਬੈਠੇ ਹਾਂ ਤੇ ਤੈਨੂੰ ਕੱਲ ਦੀ ਚਿੰਤਾ ਪਈ ਹੈ। ਤੂੰ ਇਹਨਾਂ ਪੈਸਿਆਂ ਨਾਲ ਇੱਕ ਟੈਕਸੀ ਖਰੀਦ ਲੈ, ਘੱਟੋ ਘੱਟ ਤੂੰ ਥੋੜਾ ਬਹੁਤ ਕਮਾਉਣ ਲੱਗ ਜਾਵੇਂਗਾ। ਮੈਂ ਉਹ ਪੈਸੇ ਭੈਣ ਨੂੰ ਵਾਪਸ ਕਰ ਦਿੱਤੇ ਤੇ ਕਿਹਾ, ਮੈਂ ਕੋਈ ਕੰਮ ਲੱਭ ਲਵਾਂਗਾ, ਤੁਸੀਂ ਇਹ ਪੈਸੇ ਦੇ ਕੇ ਗਹਿਣੇ ਵਾਪਸ ਲੈ ਆਵੋ। ਭੈਣ ਹੱਸ ਪਈ ਤੇ ਫਿਰ ਰੋਣ ਲੱਗ ਪਈ ਤੇ ਕਹਿਣ ਲੱਗੀ ਕਿ ਮੈਨੂੰ ਵਿਧਵਾ ਹੋ ਕੇ ਮਾਂ ਦੇ ਘਰ ਆਈ ਨੂੰ 1 ਸਾਲ ਹੋ ਗਿਆ ਹੈ। ਪਿਛਲੇ 1 ਸਾਲ ਵਿੱਚ ਤੂੰ ਨੌਕਰੀ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਨੌਕਰੀ ਨਹੀਂ ਮਿਲੀ। ਹੁਣ ਤਾਂ ਮੁਹੱਲੇ ਦੇ ਲੋਕਾਂ ਨੇ ਸਾਨੂੰ ਉਧਾਰ ਦੇਣਾ ਵੀ ਬੰਦ ਕਰ ਦਿੱਤਾ ਹੈ। ਮੈਨੂੰ ਇਹ ਚਿੰਤਾ ਹੈ ਕਿ ਮੇਰੇ ਬੱਚੇ ਨੂੰ ਸਕੂਲੋਂ ਕੱਢ ਦਿੱਤਾ ਜਾਵੇਗਾ। ਮੈਂ ਚਾਹੁੰਦੀ ਹਾਂ ਉਸ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਪਤਾ ਨਹੀਂ ਉਸ ਨੂੰ ਅੱਜ ਖਾਣਾ ਮਿਲੇਗਾ ਜਾਂ ਨਹੀਂ। ਮੈਨੂੰ ਦੱਸ, ਜੇ ਤੂੰ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਮੈਂ ਕਿਸੇ ਫੈਕਟਰੀ ਵਿੱਚ ਨੌਕਰੀ ਕਰ ਲਵਾਂਗੀ। ਭੈਣ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਡੁੱਬ ਗਿਆ। ਮੈਂ ਕਿਹਾ, ਭੈਣੇ ਇਹ ਕੀ ਕਹਿ ਰਹੀ ਹੈ? ਤੁਹਾਨੂੰ ਮੇਰੇ ਹੁੰਦਿਆਂ ਕੰਮ ਕਰਨ ਦੀ ਲੋੜ ਨਹੀਂ ਹੈ। ਭੈਣ ਨੇ ਪੈਸੇ ਮੇਰੇ ਵੱਲ ਕਰ ਦਿੱਤੇ ਤੇ ਕਿਹਾ, ਫਿਰ ਇਹਨਾਂ ਨੂੰ ਰੱਖ ਲਵੋ। ਮੈਂ ਨਾ ਚਾਹੁੰਦੇ ਹੋਏ ਵੀ ਪੈਸੇ ਲੈ ਲਏ। ਮੈਂ ਝੱਟ ਘਰੋਂ ਬਾਹਰ ਨਿਕਲਿਆ। ਮੈਂ ਬੇਵੱਸ ਸੀ। ਮੈਂ ਕਿਹਾ, ਕਿਹੋ ਜਿਹਾ ਭਰਾ ਹਾਂ ਕਿ ਆਪਣੀ ਭੈਣ ਨੂੰ ਕੁਝ ਦੇਣ ਦੀ ਬਜਾਏ ਉਸ ਕੋਲੋਂ ਲੈ ਰਿਹਾ ਸੀ। ਮੈਂ ਸਾਰੀ ਰਾਤ ਘਰ ਨਹੀਂ ਗਿਆ। ਮੈਂ ਸੜਕ ਕਿਨਾਰੇ ਬੈਠਾ ਇਸ ਉਮੀਦ ਵਿੱਚ ਰੋਂਦਾ ਰਿਹਾ ਕਿ ਸ਼ਾਇਦ ਮੇਰੇ ਦਿਲ ਦਾ ਬੋਝ ਘੱਟ ਹੋ ਜਾਵੇ। ਪਰ ਬੀਤਦੇ ਪਲ ਨਾਲ ਮੈਂ ਹੋਰ ਉਦਾਸ ਹੁੰਦਾ ਜਾ ਰਿਹਾ ਸੀ। ਸਵੇਰੇ ਜਦੋਂ ਮੈਂ ਘਰ ਪਰਤਿਆ ਤਾਂ ਮੇਰੀ ਭੈਣ ਬੜੀ ਚਿੰਤਾ ਵਿੱਚ ਮੇਰੇ ਸਾਹਮਣੇ ਖੜੀ ਸੀ ਤੇ ਕਿਹਾ, ਰਮਨ ਤੂੰ ਸਾਰੀ ਰਾਤ ਕਿੱਥੇ ਸੀ? ਮੈਂ ਬਹਾਨਾ ਬਣਾਇਆ ਕਿ ਕਿਸੇ ਨਾਲ ਮਿਲ ਕੇ ਵਿਚਾਰ ਕਰ ਰਿਹਾ ਸੀ ਕਿ ਇਹਨਾਂ ਪੈਸਿਆਂ ਦੀ ਵਰਤੋਂ ਕਿਹੜੇ ਕੰਮ ਵਿੱਚ ਕਰਨੀ ਚਾਹੀਦੀ ਹੈ। ਭੈਣ ਨੇ ਕਿਹਾ, ਤੁਸੀਂ ਇਸ ਬਾਰੇ ਚਿੰਤਾ ਨਾ ਕਰੋ, ਮੈਂ ਸਾਰਾ ਪ੍ਰਬੰਧ ਕਰ ਲਿਆ ਹੈ। ਅੱਜ ਤੁਸੀਂ ਗਵਾਂਢਣ ਸ਼ਾਲੂ ਦੇ ਪਤੀ ਨਾਲ ਚਲੇ ਜਾਣਾ, ਉਹ ਤੁਹਾਨੂੰ ਟੈਕਸੀ ਲੈ ਕੇ ਦੇਣਗੇ। ਮੈਂ ਸਿਰ ਹਿਲਾਇਆ ਤੇ ਫਿਰ ਮੈਂ ਦੁਪਹਿਰ 1 ਵਜੇ ਘਰੋਂ ਨਿਕਲ ਗਿਆ। ਭੈਣ ਸ਼ਾਲੂ ਦੇ ਪਤੀ ਆਸ਼ੀਸ਼ ਭਾਈ ਨੇ ਮੈਨੂੰ ਘੱਟ ਕੀਮਤ ਵਿੱਚ ਪੁਰਾਣੀ ਗੱਡੀ ਲੈ ਦਿੱਤੀ ਸੀ। ਇਹ ਟੈਕਸੀ ਦੇਖਣ ਵਿੱਚ ਬਹੁਤ ਵਧੀਆ ਸੀ। ਮੈਂ ਬਹੁਤ ਖੁਸ਼ ਸੀ ਕਿ ਹੁਣ ਯਾਤਰੀ ਮੇਰੀ ਗੱਡੀ ਵਿੱਚ ਸਵਾਰ ਹੋਣਗੇ ਤੇ ਘਰ ਦੇ ਹਾਲਾਤ ਚੰਗੇ ਹੋ ਜਾਣਗੇ। ਆਸ਼ੀਸ਼ ਭਾਈ ਮੈਨੂੰ ਅੱਡੇ ਤੇ ਛੱਡ ਆਇਆ ਸੀ ਜਿੱਥੋਂ ਲੋਕ ਟੈਕਸੀਆਂ ਬੁੱਕ ਕਰਵਾਉਂਦੇ ਸਨ। ਜਾਣ ਤੋਂ ਪਹਿਲਾਂ ਆਸ਼ੀਸ਼ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ, ਠੀਕ ਹੈ ਯਾਰ, ਹੁਣ ਮੈਂ ਚੱਲਦਾ ਹਾਂ। ਅੱਗੇ ਦੀ ਕਿਸਮਤ ਹੁਣ ਤੇਰੀ ਹੈ। ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿਉਂਕਿ ਹੁਣ ਤਾਂ ਸਭ ਕੁਝ ਮੇਰੇ ਹੱਥਾਂ ਵਿੱਚ ਸੀ। ਮੈਨੂੰ ਯਕੀਨ ਸੀ ਕਿ ਮੈਂ ਬਹੁਤ ਜਲਦੀ ਕਮਾਉਣਾ ਸ਼ੁਰੂ ਕਰ ਦੇਵਾਂਗਾ। ਮੈਂ ਅੱਡੇ ਤੇ ਸਵਾਰੀ ਦੀ ਉਡੀਕ ਕਰ ਰਿਹਾ ਸੀ ਜਦੋਂ ਇੱਕ ਵੱਡੇ ਢਿੱਡ ਵਾਲਾ ਇੱਕ ਕਾਲਾ ਆਦਮੀ ਆ ਕੇ ਮੇਰੇ ਸਾਹਮਣੇ ਖੜਾ ਹੋ ਗਿਆ ਤੇ ਬੋਲਿਆ, ਟੈਕਸੀ ਵਾਲੇ ਡਰਾਈਵਰ, ਮੈਨੂੰ ਇੱਥੇ ਤੂੰ ਨਵਾਂ ਲੱਗਦਾ ਹੈ। ਮੈਂ ਜਲਦੀ ਨਾਲ ਸਿਰ ਹਿਲਾ ਕੇ ਕਿਹਾ, ਜੀ ਮੈਂ ਅੱਜ ਪਹਿਲੇ ਦਿਨ ਹੀ ਕੰਮ ਤੇ ਆਇਆ ਹਾਂ, ਪਰ ਤੁਸੀਂ ਇਸ ਬਾਰੇ ਨਾ ਸੋਚੋ, ਮੈਂ ਗੱਡੀ ਚਲਾਉਣ ਦਾ ਮਾਹਰ ਹਾਂ। ਉਸ ਆਦਮੀ ਨੇ ਮੱਥੇ ਤੇ ਤਿਉੜੀ ਪਾ ਕੇ ਕਿਹਾ, ਤੁਸੀਂ ਨਵੇਂ ਆਏ ਹੋ, ਇਸ ਲਈ ਤੇਰੀ ਗੱਡੀ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ ਹਾਂ। ਇਹ ਮੇਰਾ ਅੱਡਾ ਹੈ। ਇੱਥੇ ਤਾਂ ਮੇਰੀ ਮਰਜ਼ੀ ਤੋਂ ਬਿਨਾਂ ਪੰਛੀ ਵੀ ਪਰ ਨਹੀਂ ਮਾਰਦਾ। ਫਿਰ ਤੂੰ ਜਲਦੀ ਇੱਥੋਂ ਗਾਇਬ ਹੋ ਜਾ, ਨਹੀਂ ਤਾਂ ਤੈਨੂੰ ਇਸ ਅੱਡੇ ਦਾ ਹਫ਼ਤਾ ਦੇਣਾ ਪਵੇਗਾ। ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਤੇ ਜਲਦੀ ਨਾਲ ਬੋਲਿਆ, ਭਾਈ ਸਾਹਿਬ, ਮੇਰੇ ਕੋਲ ਤਾਂ ਘਰ ਦੀ ਦਾਲ ਰੋਟੀ ਬਣਾਉਣ ਦੇ ਪੈਸੇ ਨਹੀਂ ਹਨ। ਇਹ ਗੱਡੀ ਵੀ ਆਪਣੀ ਭੈਣ ਦੇ ਗਹਿਣੇ ਵੇਚ ਕੇ ਖਰੀਦੀ ਹੈ ਤੇ ਤੁਸੀਂ ਮੇਰੇ ਤੋਂ ਪੈਸਿਆਂ ਦੀ ਉਮੀਦ ਕਰ ਰਹੇ ਹੋ। ਮੇਰੇ ਤੇ ਇੱਕ ਕਿਰਪਾ ਕਰ ਦਿਓ। ਮੈਨੂੰ ਇੱਥੇ ਗੱਡੀ ਚਲਾਉਣ ਦੀ
ਇਜਾਜ਼ਤ ਦੇ ਦਿਓ। ਉਸ ਆਦਮੀ ਨੇ ਮੇਰੇ ਵੱਲ ਗੁੱਸੇ ਨਾਲ ਦੇਖਿਆ ਤੇ ਕਹਿਣ ਲੱਗਾ, ਜੇ ਪੈਸਾ ਨਹੀਂ ਹੈ ਤਾਂ ਇੱਥੇ ਖੜੇ ਹੋਣ ਦੀ ਇਜਾਜ਼ਤ ਵੀ ਨਹੀਂ ਹੈ। ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਤਾਂ ਇੱਥੇ ਚਲੇ ਜਾਓ, ਨਹੀਂ ਤਾਂ ਮੈਂ ਤੁਹਾਡੀ ਗੱਡੀ ਨਾਲ ਇਸ ਤਰ੍ਹਾਂ ਦਾ ਸਲੂਕ ਕਰਾਂਗਾ ਕਿ ਤੁਸੀਂ ਸਾਰੀ ਉਮਰ ਰੋਂਦੇ ਰਹੋਗੇ। ਉਹ ਆਦਮੀ ਆਪਣੇ ਚਿਹਰੇ ਤੋਂ ਬਦਮਾਸ਼ ਲੱਗ ਰਿਹਾ ਸੀ। ਮੈਨੂੰ ਉਮੀਦ ਸੀ ਕਿ ਜੋ ਵੀ ਮੈਂ ਕਿਹਾ ਤੇ ਕੋਈ ਵੀ ਮਜਬੂਰੀ ਉਸਦੇ ਦਿਲ ਤੇ ਅਸਰ ਨਹੀਂ ਕਰਨ ਵਾਲੀ ਸੀ। ਇਸ ਲਈ ਮੈਂ ਮਜਬੂਰ ਹੋ ਕੇ ਆਪਣੀ ਗੱਡੀ ਸਟਾਰਟ ਕਰਕੇ ਉੱਥੋਂ ਰਵਾਨਾ ਹੋ ਗਿਆ। ਹੁਣ ਮੈਂ ਸੜਕ ਦੇ ਕਿਨਾਰੇ ਖੜ ਗਿਆ, ਇਸ ਉਮੀਦ ਨਾਲ ਕਿ ਸ਼ਾਇਦ ਮੈਨੂੰ ਸਵਾਰੀ ਮਿਲ ਜਾਵੇ, ਪਰ ਸਵੇਰ ਤੋਂ ਸ਼ਾਮ ਤੱਕ ਮੈਨੂੰ ਕੋਈ ਸਵਾਰੀ ਨਹੀਂ ਮਿਲੀ। ਹੁਣ ਮੇਰੇ ਦਿਲ ਵਿੱਚ ਮੈਨੂੰ ਇਹ ਚਿੰਤਾ ਹੋਣ ਲੱਗੀ ਸੀ ਕਿ ਮੈਂ ਖਾਲੀ ਹੱਥ ਘਰ ਵਾਪਸ ਕਿਵੇਂ ਜਾਵਾਂਗਾ। ਇਸ ਲਈ ਮੈਂ ਇਧਰ ਉਧਰ ਗੱਡੀ ਭਜਾਉਣੀ ਸ਼ੁਰੂ ਕਰ ਦਿੱਤੀ ਕਿ ਸ਼ਾਇਦ ਕੋਈ ਮੈਨੂੰ ਦੇਖ ਲਵੇ, ਪਰ ਮੈਂ ਅਸਫਲ ਰਿਹਾ ਤੇ ਰਾਤ ਨੂੰ 10 ਵਜੇ ਖਾਲੀ ਹੱਥ ਘਰ ਵਾਪਸ ਆ ਗਿਆ। ਮੇਰੀ ਭੈਣ ਮੈਨੂੰ ਦੇਖ ਕੇ ਖੁਸ਼ੀ-ਖੁਸ਼ੀ ਦੌੜ ਕੇ ਮੇਰੇ ਕੋਲ ਆਈ ਤੇ ਬੋਲੀ, ਰਮਨ, ਅੱਜ ਤੂੰ ਕਿੰਨੇ ਪੈਸੇ ਕਮਾ ਕੇ ਲਿਆਇਆ ਹੈ? ਮੈਂ ਆਪਣੇ ਮੋਢੇ ਹਿਲਾ ਕੇ ਕਿਹਾ, ਭੈਣੇ, ਅੱਜ ਤਾਂ ਕੁਝ ਨਹੀਂ ਕਮਾ ਸਕਿਆ, ਇੰਨੀ ਜਲਦੀ ਸਵਾਰੀ ਨਹੀਂ ਮਿਲਦੀ। ਭੈਣ ਨੇ ਆਪਣਾ ਹੱਥ ਮੇਰੇ ਸਿਰ ਤੇ ਰੱਖ ਕੇ ਕਿਹਾ, ਕੋਈ ਗੱਲ ਨਹੀਂ, ਜੇ ਰੱਬ ਨੇ ਸਾਨੂੰ ਗੱਡੀ ਖਰੀਦਣ ਦਾ ਮੌਕਾ ਦਿੱਤਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਵੀ ਸਾਡੀ ਮਦਦ ਕਰੇਗਾ। ਮੈਂ ਮੁਸਕਰਾ ਕੇ ਕਮਰੇ ਵਿੱਚ ਜਾਣ ਲੱਗਾ ਤਾਂ ਭੈਣ ਨੇ ਕਿਹਾ, ਖਾਣਾ ਖਾ ਲਵੋ। ਮੈਂ ਕਿਹਾ, ਭੈਣੇ, ਘਰ ਵਿੱਚ ਤਾਂ ਕੁਝ ਖਾਣ ਨੂੰ ਨਹੀਂ ਸੀ, ਫਿਰ ਖਾਣਾ ਕਿਵੇਂ ਬਣ ਗਿਆ? ਭੈਣ ਨੇ ਮੁਸਕਰਾਉਂਦੇ ਹੋਏ ਕਿਹਾ, ਮੁਹੱਲੇ ਵਿੱਚ ਭੰਡਾਰਾ ਵੰਡਿਆ ਜਾ ਰਿਹਾ ਸੀ, ਇਹ ਖਾਣਾ ਉਹਨਾਂ ਨੇ ਭੇਜਿਆ ਹੈ। ਅਸੀਂ ਤਾਂ ਪੇਟ ਭਰ ਕੇ ਖਾਧਾ ਹੈ ਤੇ ਤੇਰੇ ਲਈ ਵੀ ਰੱਖਿਆ ਹੈ। ਇਹ ਸੁਣ ਕੇ ਮੇਰੇ ਮੂੰਹ ਤੇ ਮੁਸਕਰਾਹਟ ਆ ਗਈ। ਸਾਰੇ ਦਿਨ ਦਾ ਭੁੱਖਾ ਸੀ, ਇਸ ਲਈ ਮੈਂ ਖਾਣੇ ਬਾਰੇ ਸੁਣ ਕੇ ਖੁਸ਼ ਹੋ ਗਿਆ। ਮੈਂ ਵੀ ਰੱਜ ਕੇ ਖਾਣਾ ਖਾ ਲਿਆ ਸੀ, ਇਸ ਲਈ ਰਾਤ ਨੂੰ ਆਰਾਮ ਨਾਲ ਸੌਂ ਗਿਆ। ਸਵੇਰੇ ਉੱਠ ਕੇ ਮੈਂ ਫਿਰ ਸਵਾਰੀ ਦੀ ਭਾਲ ਵਿੱਚ ਗਲੀਆਂ ਵਿੱਚ ਘੁੰਮਿਆ। ਮੈਨੂੰ ਇਹ ਨਹੀਂ ਪਤਾ ਸੀ ਕਿ ਟੈਕਸੀ ਹੋਣ ਦੇ ਬਾਵਜੂਦ ਵੀ ਸਵਾਰੀ ਮਿਲਣਾ ਇੰਨਾ ਔਖਾ ਕੰਮ ਸੀ। ਇਸ ਦਿਨ ਵੀ ਮੈਂ ਖਾਲੀ ਹੱਥ ਘਰ ਆਇਆ ਸੀ। ਫਿਰ ਤਾਂ ਇਹ ਸਿਲਸਿਲਾ ਨਿੱਤ ਦਾ ਹੀ ਬਣ ਗਿਆ। ਪੂਰਾ ਹਫ਼ਤਾ ਮੈਂ ਇਸ ਤਰ੍ਹਾਂ ਘਰੋਂ ਨਿਕਲਦਾ ਤੇ ਖਾਲੀ ਹੱਥ ਪਰਤਦਾ ਸੀ। ਹੁਣ ਮੇਰੀ ਭੈਣ ਨੂੰ ਵੀ ਚਿੰਤਾ ਹੋਣ ਲੱਗੀ ਸੀ। ਉਸ ਨੂੰ ਲੱਗਦਾ ਸੀ ਕਿ ਜਿਵੇਂ ਹੀ ਟੈਕਸੀ ਖਰੀਦ ਲਈ ਜਾਵੇਗੀ ਤਾਂ ਸਭ ਕੁਝ ਠੀਕ ਹੋ ਜਾਵੇਗਾ, ਪਰ ਹੁਣ ਕੁਝ ਵੀ ਠੀਕ ਹੁੰਦਾ ਨਜ਼ਰ ਨਹੀਂ ਆ ਰਿਹਾ ਸੀ। ਕੁਝ ਦਿਨ ਇਸ ਤਰ੍ਹਾਂ ਹੀ ਲੰਘ ਗਏ ਸਨ। ਮੈਂ ਆਪਣੀ ਟੈਕਸੀ ਲੈ ਕੇ ਕੱਪੜੇ ਦੀ ਦੁਕਾਨ ਤੇ ਬਾਹਰ ਸਵਾਰੀ ਮਿਲਣ ਦੀ ਉਮੀਦ ਵਿੱਚ ਖੜਾ ਸੀ ਤਾਂ ਇੱਕ ਆਦਮੀ ਮੇਰੇ ਕੋਲ ਆਇਆ ਤੇ ਉਹ ਮੈਨੂੰ ਕਹਿਣ ਲੱਗਾ, ਮੈਨੂੰ ਮੇਰੇ ਘਰ ਤੱਕ ਛੱਡ ਦਿਓ। ਮੈਂ ਹਾਂ ਕਿਹਾ ਤੇ ਉਹ ਮੇਰੀ ਟੈਕਸੀ ਵਿੱਚ ਬੈਠ ਗਿਆ। ਮੈਂ ਮੁਸਕਰਾ ਕੇ ਕਿਹਾ ਕਿ ਤੁਸੀਂ ਮੇਰੀ ਟੈਕਸੀ ਦੇ ਪਹਿਲੇ ਯਾਤਰੀ ਹੋ। ਉਸਨੇ ਹੱਸ ਕੇ ਪੁੱਛਿਆ ਕਿ ਕੀ ਅੱਜ ਹੀ ਟੈਕਸੀ ਚਲਾਉਣੀ ਸ਼ੁਰੂ ਕੀਤੀ ਹੈ? ਤਾਂ ਮੈਂ ਕਿਹਾ, ਨਹੀਂ, ਪਿਛਲੇ 11 ਦਿਨਾਂ ਤੋਂ ਸਵਾਰੀ ਦੀ ਭਾਲ ਵਿੱਚ ਘੁੰਮ ਰਿਹਾ ਸੀ, ਪਰ ਹੁਣ ਤੱਕ ਮੈਂ ਨਾਕਾਮ ਰਿਹਾ। ਉਹ ਆਦਮੀ ਕਹਿਣ ਲੱਗਾ ਕਿ ਜੇ ਤੁਸੀਂ ਇਸ ਤਰ੍ਹਾਂ ਸੜਕਾਂ ਤੇ ਘੁੰਮਦੇ ਰਹੇ ਤਾਂ ਤੁਹਾਨੂੰ ਸਵਾਰੀ ਨਹੀਂ ਮਿਲੇਗੀ। ਤੁਸੀਂ ਕਿਸੇ ਟੈਕਸੀ ਸਟੈਂਡ ਤੇ ਖੜੇ ਹੋਵੋ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਕਿਹਾ, ਅੱਡੇ ਤੇ ਖੜਨ ਦੀ ਇਜਾਜ਼ਤ ਨਹੀਂ ਹੈ। ਉਹ ਕਹਿਣ ਲੱਗਾ ਕਿ ਮੈਂ ਵੀ ਇੱਕ ਟੈਕਸੀ ਸਟੈਂਡ ਦਾ ਮਾਲਕ ਹਾਂ ਤੇ ਮੈਂ ਤੈਨੂੰ ਉੱਥੇ ਥਾਂ ਦਿਵਾ ਦਿੰਦਾ ਹਾਂ। ਮੈਂ ਝੱਟ ਕਿਹਾ ਕਿ ਮੇਰੇ ਕੋਲ ਹਫ਼ਤਾ ਦੇਣ ਦੀ ਗੁੰਜਾਇਸ਼ ਨਹੀਂ ਹੈ, ਮੇਰੇ ਕੋਲ ਤਾਂ ਪੈਸੇ ਵੀ ਨਹੀਂ ਹਨ। ਫਿਰ ਉਸ ਆਦਮੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਤੁਸੀਂ ਕਦੇ ਨੇਕੀ ਬਾਰੇ ਸੁਣਿਆ ਹੈ? ਮੈਂ ਹੈਰਾਨੀ ਨਾਲ ਉਸ ਨੂੰ ਦੇਖਣ ਲੱਗਾ। ਉਸਨੇ ਕਿਹਾ, ਮੈਂ ਤੁਹਾਡੇ ਲਈ ਨੇਕ ਕੰਮ ਕਰ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਪਰਮਾਤਮਾ ਮੈਨੂੰ ਹੋਰ ਵੀ ਦੇਵੇਗਾ ਤੇ ਤੁਸੀਂ ਵੀ ਮੇਰੇ ਲਈ ਰੱਬ ਅੱਗੇ ਅਰਦਾਸ ਕਰਨਾ। ਮੈਂ ਬਹੁਤ ਖੁਸ਼ ਹੋਇਆ। ਫਿਰ ਉਸ ਆਦਮੀ ਨੇ ਮੈਨੂੰ ਆਪਣੇ ਅੱਡੇ ਦੇ ਸਥਾਨ ਬਾਰੇ ਦੱਸਿਆ ਤਾਂ ਮੈਂ ਉਸ ਦੇ ਨਾਲ ਉੱਥੇ ਪਹੁੰਚ ਗਿਆ। ਉਸ ਵਿਅਕਤੀ ਨੇ ਮੈਨੂੰ ਮੇਰੀ ਗੱਡੀ ਅੱਡੇ ਤੇ ਖੜੀ ਕਰਨ ਦੀ ਇਜਾਜ਼ਤ ਦੇ ਦਿੱਤੀ ਤੇ ਫਿਰ ਮੇਰੀ ਆਮਦਨ ਮੇਰੀ ਉਮੀਦ ਤੋਂ ਵੀ ਵੱਧ ਗਈ ਸੀ। ਮੈਂ ਸ਼ਾਮ ਨੂੰ ਪੈਸਿਆਂ ਨਾਲ ਭਰਿਆ ਪਰਸ ਲੈ ਕੇ ਘਰ ਆਇਆ ਸੀ। ਮੈਂ ਉਹ ਪੈਸੇ ਭੈਣ ਦੇ ਹੱਥ ਫੜਾ ਦਿੱਤੇ। ਭੈਣ ਬਹੁਤ ਖੁਸ਼ ਹੋ ਗਈ। ਉਸਨੇ ਅੱਗੇ ਆ ਕੇ ਮੇਰਾ ਮੱਥਾ ਚੁੰਮਿਆ ਤੇ ਕਿਹਾ, ਮੈਨੂੰ ਯਕੀਨ ਸੀ ਕਿ ਰੱਬ ਇੱਕ ਨਾ ਇੱਕ ਦਿਨ ਸਾਡੇ ਦਿਨ ਜ਼ਰੂਰ ਬਦਲੇਗਾ। ਅੱਜ ਤੁਸੀਂ ਕੰਮ ਕਰ ਰਹੇ ਹੋ ਤੇ ਮੈਨੂੰ ਉਮੀਦ ਹੈ ਕਿ ਅੱਗੇ ਵੀ ਸਭ ਕੁਝ ਚੰਗਾ ਹੀ ਹੋਵੇਗਾ। ਹੁਣ ਤਾਂ ਜਿਵੇਂ ਸਾਡੀ ਜ਼ਿੰਦਗੀ ਹੀ ਬਦਲ ਗਈ ਹੋਵੇ। ਮੈਨੂੰ ਹਰ ਰੋਜ਼ ਸਵਾਰੀਆਂ ਮਿਲਣ ਲੱਗ ਪਈਆਂ ਤੇ ਬਹੁਤ ਕਮਾਈ ਹੋਣ ਲੱਗ ਪਈ।
ਕੁਝ ਦਿਨਾਂ ਵਿੱਚ ਹੀ ਮੈਂ ਮੁਹੱਲੇ ਦੇ ਲੋਕਾਂ ਦਾ ਸਾਰਾ ਉਧਾਰ ਚੁਕਾ ਦਿੱਤਾ ਸੀ। ਆਪਣੀ ਭੈਣ ਦੇ ਮੁੰਡੇ ਮੋਨੂ ਨੂੰ ਵੀ ਚੰਗੇ ਸਕੂਲ ਪੜ੍ਹਨ ਲਾ ਦਿੱਤਾ ਸੀ। ਸਭ ਕੁਝ ਠੀਕ ਹੋਣ ਲੱਗਾ ਸੀ। ਹੁਣ ਮੈਨੂੰ ਅਹਿਸਾਸ ਹੋਣ ਲੱਗਾ ਕਿ ਇੱਕ ਨਰਮ ਦਿਲ ਇਨਸਾਨ ਦੀ ਨੇਕੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ। ਮੈਂ ਵੀ ਫੈਸਲਾ ਕਰ ਲਿਆ ਸੀ ਕਿ ਜੇ ਮੇਰੀ ਜ਼ਿੰਦਗੀ ਵਿੱਚ ਕਦੇ ਕੋਈ ਲੋੜਵੰਦ ਮੇਰੇ ਸਾਹਮਣੇ ਆਵੇਗਾ ਤਾਂ ਮੈਂ ਉਸ ਦੀ ਮਦਦ ਜ਼ਰੂਰ ਕਰਾਂਗਾ, ਕਿਉਂਕਿ ਇਹ ਨੇਕੀ ਅਜਿਹੀ ਚੀਜ਼ ਹੈ ਜਿਸ ਨਾਲ ਇਸ ਇਨਸਾਨ ਦੀ ਜ਼ਿੰਦਗੀ ਬਦਲ ਜਾਂਦੀ ਹੈ। ਹੁਣ ਘਰ ਵਿੱਚ ਰਾਸ਼ਨ ਵੀ ਵਾਧੂ ਆ ਗਿਆ ਸੀ। ਮੈਂ ਸਵੇਰ ਦਾ ਗਿਆ ਹੋਇਆ ਰਾਤ ਨੂੰ 11 ਵਜੇ ਘਰ ਵਾਪਸ ਆਉਂਦਾ ਸੀ। ਭੈਣ ਤੇ ਮਾਂ ਬਹੁਤ ਚਿੰਤਾ ਕਰਦੇ ਸਨ। ਉਹ ਕਹਿਣ ਲੱਗੀਆਂ, ਰਮਨ ਥੋੜਾ ਬਹੁਤ ਆਰਾਮ ਕਰ ਲਿਆ ਕਰੋ, ਨਹੀਂ ਤਾਂ ਬਿਮਾਰ ਹੋ ਜਾਵੋਗੇ, ਤੂੰ ਥੱਕ ਜਾਂਦਾ ਹੋਵੇਂਗਾ। ਮੈਂ ਹੱਸ ਕੇ ਨਾ ਵਿੱਚ ਸਿਰ ਹਿਲਾ ਦਿੱਤਾ ਤੇ ਕਹਿੰਦਾ, ਭੈਣ ਪੈਸਾ ਬਹੁਤ ਤਾਕਤਵਰ ਚੀਜ਼ ਹੈ। ਮੈਂ ਇਸ ਤੋਂ ਬਿਨਾਂ ਵੀ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ ਤੇ ਦੇਖਿਆ ਹੈ ਕਿ ਜ਼ਿੰਦਗੀ ਬਹੁਤ ਮਾੜੀ ਤੇ ਲਾਚਾਰ ਹੁੰਦੀ ਹੈ। ਹੁਣ ਜਦੋਂ ਸਾਡੇ ਕੋਲ ਸਭ ਕੁਝ ਹੈ ਤਾਂ ਮੈਨੂੰ ਅਹਿਸਾਸ ਹੋਇਆ ਹੈ ਕਿ ਜ਼ਿੰਦਗੀ ਜਿਉਣ ਲਈ ਪੈਸਾ ਬਹੁਤ ਜ਼ਰੂਰੀ ਹੈ, ਪਰ ਇਸ ਚੀਜ਼ ਨੂੰ ਪ੍ਰਾਪਤ ਕਰਨ ਲਈ ਜੇ ਮੈਂ ਥੋੜੀ ਜਿਹੀ ਮਿਹਨਤ ਕਰ ਲੈਂਦਾ ਹਾਂ ਤਾਂ ਇਸ ਵਿੱਚ ਹਰਜ ਕੀ ਹੈ। ਮੈਂ ਆਪਣੀ ਇਸ ਜ਼ਿੰਦਗੀ ਤੋਂ ਖੁਸ਼ ਹਾਂ। ਭੈਣ ਮੇਰੀਆਂ ਗੱਲਾਂ ਸੁਣ ਕੇ ਹੱਸ ਪਈ ਸੀ। ਹੁਣ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸਨ। ਇੱਕ ਰਾਤ ਬਿਜਲੀ ਚਲੀ ਗਈ ਤਾਂ ਅਸੀਂ ਸਾਰੇ ਨੀਂਦ ਤੋਂ ਜਾਗ ਪਏ। ਮੈਂ ਆ ਕੇ ਵਿਹੜੇ ਵਿੱਚ ਬੈਠ ਗਿਆ ਤਾਂ ਮੇਰਾ ਭਾਣਜਾ ਮੋਨੂ ਵੀ ਮੇਰੇ ਕੋਲ ਆ ਕੇ ਬੈਠ ਗਿਆ ਤੇ ਉਹ ਬੋਲਿਆ, ਮਾਮਾ ਜੀ ਹੁਣ ਤੁਸੀਂ ਚੰਗੀ ਕਮਾਈ ਕਰਨ ਲੱਗ ਪਏ ਹੋ ਤੇ ਹੁਣ ਤੁਹਾਨੂੰ ਘਰ ਦੀ ਮੁਰੰਮਤ ਵੀ ਕਰਵਾ ਲੈਣੀ ਚਾਹੀਦੀ ਹੈ। ਮੇਰਾ ਤਾਂ ਇਸ ਘਰ ਵਿੱਚ ਦਿਲ ਬੇਚੈਨ ਰਹਿੰਦਾ ਹੈ ਕਿਉਂਕਿ ਪਾਪਾ ਦਾ ਘਰ ਬਹੁਤ ਵਧੀਆ ਸੀ। ਮੈਂ ਮੋਨੂ ਦੀ ਗੱਲ ਸੁਣੀ ਤਾਂ ਮੇਰਾ ਦਿਲ ਦੁਖੀ ਹੋ ਗਿਆ। ਮੋਨੂ ਦੇ ਪਾਪਾ ਦਾ ਘਰ ਸੱਚੀ ਬਹੁਤ ਸੋਹਣਾ ਸੀ, ਪਰ ਮੋਨੂ ਦੇ ਪਾਪਾ ਦੀ ਮੌਤ ਤੋਂ ਬਾਅਦ ਉਹਨਾਂ ਦੋਵਾਂ ਮਾਂ ਪੁੱਤ ਨੂੰ ਮਨਹੂਸ ਕਹਿ ਕੇ ਘਰੋਂ ਕੱਢ ਦਿੱਤਾ ਸੀ ਤੇ ਹੁਣ ਉਹ ਸਾਡੇ ਨਾਲ ਰਹਿੰਦੇ ਸੀ। ਸਾਡਾ ਘਰ ਪੁਰਾਣੇ ਸਮੇਂ ਵਿੱਚ ਦਾਦੇ ਜੀ ਨੂੰ ਆਜ਼ਾਦੀ ਵੇਲੇ ਵੰਡ ਤੋਂ ਬਾਅਦ ਮਿਲਿਆ ਸੀ ਤੇ ਫਿਰ ਇਹ ਘਰ ਪਿਤਾ ਜੀ ਨੂੰ ਮਿਲਿਆ ਤਾਂ ਹੁਣ ਅਸੀਂ ਸਾਰੇ ਰਹਿ ਰਹੇ ਸੀ। ਪੈਸੇ ਨਾ ਹੋਣ ਕਰਕੇ ਪਿਤਾ ਜੀ ਨੇ ਮੁਰੰਮਤ ਨਹੀਂ ਕਰਵਾਈ ਕਿਉਂਕਿ ਘਰ ਵਿੱਚ ਇੰਨਾ ਪੈਸਾ ਨਹੀਂ ਆਇਆ। ਪੇਟ ਭਰਨ ਤੋਂ ਬਾਅਦ ਕੁਝ ਬਚਾ ਕੇ ਮੁਰੰਮਤ ਹੋ ਸਕੇ। ਮੈਂ ਆਪਣੇ ਭਾਂਜੇ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ, ਤੂੰ ਚਿੰਤਾ ਨਾ ਕਰ, ਹੌਲੀ-ਹੌਲੀ ਸਭ ਠੀਕ ਹੋ ਜਾਵੇਗਾ, ਪਰ ਬਿਜਲੀ ਲਈ ਤਾਂ ਮੈਂ ਹੁਣ ਛੇਤੀ ਪ੍ਰਬੰਧ ਕਰਾਂਗਾ। ਮੈਂ ਇੱਕ ਇਨਵੇਟਰ ਖਰੀਦ ਲਵਾਂਗਾ। ਮੇਰੀ ਗੱਲ ਸੁਣ ਕੇ ਮੇਰਾ ਭਾਂਜਾ ਬਹੁਤ ਖੁਸ਼ ਹੋਇਆ। ਕੁਝ ਦਿਨਾਂ ਦੀ ਕਮਾਈ ਤੋਂ ਬਾਅਦ ਮੈਂ ਇੱਕ ਛੋਟਾ ਜਿਹਾ ਇਨਵੇਟਰ ਖਰੀਦ ਲਿਆ ਜਿਸ ਨਾਲ 3 ਪੱਖੇ ਚੱਲ ਪੈਂਦੇ ਸੀ। ਹੁਣ ਸਭ ਕੁਝ ਠੀਕ ਸੀ, ਪਰ ਇੱਕ ਸਵੇਰ ਮੇਰੇ ਲਈ ਅਜਿਹੀ ਆਈ ਕਿ ਸਭ ਕੁਝ ਬਦਲ ਚੁੱਕਾ ਸੀ। ਜਦੋਂ ਮੈਂ ਸਵੇਰੇ ਟੈਕਸੀ ਲੈ ਕੇ ਘਰੋਂ ਨਿਕਲਿਆ ਤਾਂ ਦੇਖਿਆ ਕਿ ਇੱਕ ਜਵਾਨ ਕੁੜੀ ਸੜਕ ਤੇ ਐਕਸੀਡੈਂਟ ਦਾ ਸ਼ਿਕਾਰ ਹੋ ਗਈ ਸੀ। ਉਹ ਸੜਕ ਤੇ ਦਰਦ ਨਾਲ ਕੁਰਲਾ ਰਹੀ ਸੀ ਤੇ ਲੋਕ ਉਸ ਦੇ ਆਲੇ ਦੁਆਲੇ ਭੀੜ ਕਰਕੇ ਖੜੇ ਸਨ, ਪਰ ਕੋਈ ਅੱਗੇ ਨਹੀਂ ਆਇਆ। ਮੈਨੂੰ ਅਫਸੋਸ ਹੋ ਰਿਹਾ ਸੀ ਕਿ ਲੋਕ ਤਮਾਸ਼ਾ ਦੇਖ ਰਹੇ ਨੇ ਪਰ ਕੋਈ ਮਦਦ ਨਹੀਂ ਕਰ ਰਿਹਾ ਸੀ। ਮੈਂ ਉਸ ਨੂੰ ਗੱਡੀ ਵਿੱਚ ਪਾ ਕੇ ਹਸਪਤਾਲ ਲੈ ਆਇਆ। ਜਦੋਂ ਕਿ ਲੋਕ ਮੈਨੂੰ ਮਨਾ ਕਰ ਰਹੇ ਸੀ ਕਿ ਪੁਲਿਸ ਕੇਸ ਹੈ, ਮੈਂ ਆਪਣੀ ਪਰਵਾਹ ਨਾ ਕੀਤੀ। ਕੁੜੀ ਦੇ ਸਮਾਨ ਵਿੱਚੋਂ ਘਰ ਦਾ ਪਤਾ ਕੀਤਾ ਤੇ ਉਸਦੇ ਮਾਤਾ-ਪਿਤਾ ਨੂੰ ਹਸਪਤਾਲ ਬੁਲਾਇਆ ਗਿਆ ਤਾਂ ਪਤਾ ਲੱਗਾ ਕਿ ਕੁੜੀ ਦਾ ਪਿਤਾ ਬਹੁਤ ਗਰੀਬ ਸੀ ਤੇ ਡਾਕਟਰ ਨੇ ਉਸ ਦਾ ਆਪਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਆਪਰੇਸ਼ਨ ਲਈ 7 ਲੱਖ ਰੁਪਏ ਦੀ ਲੋੜ ਸੀ। ਕੁੜੀ ਦਾ ਪਿਤਾ ਇੱਕ ਵਿਅਕਤੀ ਦੇ ਅੱਗੇ ਹੱਥ ਜੋੜ ਕੇ ਮਦਦ ਦੀ ਅਪੀਲ ਕਰ ਰਿਹਾ ਸੀ, ਪਰ ਕੋਈ ਵੀ ਉਸ ਨੂੰ ਪੈਸੇ ਦੇਣ ਲਈ ਤਿਆਰ ਨਹੀਂ ਸੀ। ਉਹ ਵਿਅਕਤੀ ਕਹਿਣ ਲੱਗਾ ਕਿ ਕਿਸੇ ਦੀ ਮਿਹਰ ਸਦਕਾ ਮੇਰੀ ਧੀ ਦੀ ਜਾਨ ਬਚ ਸਕਦੀ ਹੈ। ਰੱਬਾ ਕੋਈ ਮੇਰੀ ਮਦਦ ਕਰੇ। ਪੈਸੇ ਦਾ ਕੀ ਹੈ, ਇਹ ਤਾਂ ਆਉਂਦਾ ਜਾਂਦਾ ਰਹਿੰਦਾ ਹੈ, ਪਰ ਜ਼ਿੰਦਗੀ ਕਦੇ ਵਾਪਸ ਨਹੀਂ ਆਉਂਦੀ। ਮੇਰੀ ਮਦਦ ਕਰੋ। ਮੈਂ ਆਪਣੇ ਆਪ ਨਾਲ ਕੀਤਾ ਵਾਅਦਾ ਯਾਦ ਕੀਤਾ ਕਿ ਜਦੋਂ ਵੀ ਕਿਸੇ ਨੂੰ ਮੇਰੀ ਮਦਦ ਦੀ ਲੋੜ ਪਈ ਤਾਂ ਮੈਂ ਜ਼ਰੂਰ ਮਦਦ ਕਰਾਂਗਾ। ਮੇਰੇ ਕੋਲ 7 ਲੱਖ ਰੁਪਏ ਨਹੀਂ ਸਨ, ਇਸ ਲਈ ਮੈਂ ਤੁਰੰਤ ਆਪਣੀ ਟੈਕਸੀ ਵੇਚ ਦਿੱਤੀ ਤੇ ਸਾਰਾ ਪੈਸਾ ਉਸ ਕੁੜੀ ਦੇ ਇਲਾਜ ਤੇ ਲਾ ਦਿੱਤਾ। ਕੁੜੀ ਦਾ ਆਪਰੇਸ਼ਨ ਹੋਣ ਲੱਗਾ। ਮੈਂ ਫਿਰ ਵੀ ਉਸਦੇ ਮਾਤਾ-ਪਿਤਾ ਨਾਲ ਖੜਾ ਰਿਹਾ ਤੇ ਉਹਨਾਂ ਨੂੰ ਦਿਲਾਸਾ ਦੇ ਰਿਹਾ ਸੀ। ਸ਼ਾਮ ਦੇ 6 ਵਜੇ ਤੱਕ ਉਸ ਕੁੜੀ ਦਾ ਆਪਰੇਸ਼ਨ ਪੂਰਾ ਹੋ ਗਿਆ ਸੀ। ਆਪਰੇਸ਼ਨ ਸਫਲ ਰਿਹਾ ਸੀ ਤੇ ਕੁਝ ਘੰਟਿਆਂ ਬਾਅਦ
ਕੁੜੀ ਨੂੰ ਥੋੜੀ ਹੋਸ਼ ਆ ਗਈ ਸੀ। ਇਸ ਲਈ ਮੈਂ ਕੁੜੀ ਦੇ ਮਾਪਿਆਂ ਤੋਂ ਘਰ ਜਾਣ ਦੀ ਇਜਾਜ਼ਤ ਮੰਗੀ ਤਾਂ ਉਹਨਾਂ ਨੇ ਮੈਨੂੰ ਬਹੁਤ ਅਸੀਸਾਂ ਦਿੱਤੀਆਂ ਤੇ ਕਿਹਾ ਕਿ ਤੁਹਾਨੂੰ ਇਸ ਦਾ ਪੁੰਨ ਲੱਗੇਗਾ। ਮੈਂ ਮੁਸਕਰਾ ਕੇ ਹਸਪਤਾਲ ਤੋਂ ਘਰ ਵੱਲ ਤੁਰ ਪਿਆ। ਮੇਰੇ ਲਈ ਉਹਨਾਂ ਗਰੀਬਾਂ ਦੀਆਂ ਦੁਆਵਾਂ ਕਾਫੀ ਸੀ। ਘਰ ਵਿੱਚ ਰਾਸ਼ਨ ਤਾਂ ਮੌਜੂਦ ਸੀ, ਇਸ ਲਈ ਮੈਂ ਟੈਕਸੀ ਵੇਚਣ ਵਿੱਚ ਬਹੁਤਾ ਸਮਾਂ ਨਹੀਂ ਲਾਇਆ। ਮੈਂ ਸੋਚਿਆ ਕਿ ਜਦੋਂ ਤੱਕ ਘਰ ਵਿੱਚ ਪਿਆ ਸਮਾਨ ਖਤਮ ਹੋਵੇਗਾ ਉਦੋਂ ਤੱਕ ਮੈਨੂੰ ਕੋਈ ਕੰਮ ਮਿਲ ਜਾਵੇਗਾ ਤੇ ਫਿਰ ਉਮੀਦ ਸੀ ਕਿ ਉਹਨਾਂ ਬਜ਼ੁਰਗਾਂ ਦੀਆਂ ਅਸੀਸਾਂ ਕੰਮ ਆਉਣਗੀਆਂ। ਰੱਬ ਮੇਰੀ ਮਦਦ ਜ਼ਰੂਰ ਕਰੇਗਾ। ਜਿਵੇਂ ਹੀ ਮੈਂ ਘਰ ਦੇ ਅੰਦਰ ਪਹੁੰਚਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਮੇਰੇ ਘਰ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਸੀ। ਸਭ ਕੁਝ ਖਿਲਰਿਆ ਪਿਆ ਸੀ। ਇੰਜ ਲੱਗਦਾ ਸੀ ਜਿਵੇਂ ਕੋਈ ਬਹੁਤ ਵੱਡਾ ਤੂਫਾਨ ਮੇਰੇ ਘਰੋਂ ਲੰਘਿਆ ਹੋਵੇ। ਜਦੋਂ ਮੈਂ ਤੇਜ਼ੀ ਨਾਲ ਘਰ ਅੰਦਰ ਵੜਿਆ ਤਾਂ ਮੇਰੀ ਭੈਣ ਦੌੜ ਕੇ ਆਈ ਤੇ ਮੇਰੇ ਗਲੇ ਲੱਗ ਗਈ ਸੀ। ਉਹ ਫੁੱਟ-ਫੁੱਟ ਕੇ ਰੋ ਰਹੀ ਸੀ। ਮੈਂ ਕਿਹਾ, ਕੁਝ ਤਾਂ ਦੱਸੋ ਕੀ ਹੋਇਆ, ਇਹ ਸਭ ਕਿਸਨੇ ਕੀਤਾ ਹੈ? ਤਾਂ ਮੇਰੀ ਮਾਂ ਕਹਿਣ ਲੱਗੀ, ਰਮਨ, ਸਾਡੇ ਨਾਲ ਬਹੁਤ ਬੇਇਨਸਾਫੀ ਹੋਈ ਹੈ। ਪਤਾ ਨਹੀਂ ਕਿਸਨੇ ਪੁਲਿਸ ਨੂੰ ਝੂਠੀ ਖਬਰ ਦਿੱਤੀ ਹੈ ਕਿ ਅਸੀਂ ਨਸ਼ੇ ਦਾ ਕਾਰੋਬਾਰ ਕਰਦੇ ਹਾਂ। ਇਸੇ ਲਈ ਪੁਲਿਸ ਸਾਡੇ ਘਰ ਛਾਪਾ ਮਾਰਨ ਆਈ। ਉਹਨਾਂ ਨੇ ਘਰ ਦੀ ਹਰ ਚੀਜ਼ ਨੂੰ ਉਖਾੜ ਕੇ ਤਬਾਹ ਕਰ ਦਿੱਤਾ ਤੇ ਨਾਲੇ ਜਿਹੜਾ ਰਾਸ਼ਨ ਤੂੰ ਲੈ ਕੇ ਆਇਆ ਸੀ ਉਹ ਵੀ ਚੁੱਕ ਕੇ ਲੈ ਗਏ। ਕਹਿੰਦੇ ਸੀ ਅਸੀਂ ਉਸ ਨੂੰ ਵੀ ਚੈੱਕ ਕਰਨਾ ਹੈ, ਕਿਤੇ ਉਸ ਵਿੱਚ ਨਸ਼ਾ ਤਾਂ ਛੁਪਿਆ ਹੋਵੇ। ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਦੰਗ ਰਹਿ ਗਿਆ। ਇਹ ਸਭ ਕਿਵੇਂ ਹੋ ਸਕਦਾ ਹੈ? ਮੈਂ ਵੇਖਿਆ ਕਿ ਸਾਡਾ ਵਿਹੜਾ ਪੁੱਟਿਆ ਹੋਇਆ ਹੈ। ਮੇਰਾ ਛੋਟਾ ਜਿਹਾ ਭਾਣਜਾ ਡਰਿਆ ਹੋਇਆ ਬੈਠਾ ਸੀ। ਮੈਂ ਉਸ ਕੋਲ ਜਾ ਕੇ ਕਿਹਾ, ਬੇਟਾ, ਮੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ, ਸਭ ਠੀਕ ਹੋ ਜਾਵੇਗਾ। ਉਸਨੇ ਮੇਰੇ ਮੋਢੇ ਤੇ ਹੱਥ ਰੱਖਦਿਆਂ ਕਿਹਾ, ਮਾਮੂ, ਮੈਨੂੰ ਚਿੰਤਾ ਨਹੀਂ ਹੈ। ਮੈਨੂੰ ਉਮੀਦ ਹੈ ਜਿਵੇਂ ਤੁਸੀਂ ਪਹਿਲਾਂ ਸਭ ਕੁਝ ਠੀਕ ਕੀਤਾ ਸੀ ਹੁਣ ਵੀ ਉਵੇਂ ਕਰ ਦੇਵੋਗੇ। ਹੁਣ ਤਾਂ ਤੁਹਾਡੇ ਕੋਲ ਟੈਕਸੀ ਵੀ ਹੈ। ਮੇਰੀ ਮਾਂ ਨੂੰ ਆਪਣੇ ਗਹਿਣੇ ਵੇਚਣ ਦੀ ਲੋੜ ਨਹੀਂ ਪਵੇਗੀ। ਮੋਨੂ ਦੀਆਂ ਗੱਲਾਂ ਸੁਣ ਕੇ ਮੈਂ ਸ਼ਰਮਿੰਦਾ ਹੋ ਗਿਆ। ਉਸ ਬੱਚੇ ਨੂੰ ਕੀ ਪਤਾ ਕਿ ਮੈਂ ਆਪਣੀ ਟੈਕਸੀ ਵੇਚ ਦਿੱਤੀ ਹੈ। ਸਭ ਦੇ ਚਿਹਰੇ ਉਦਾਸ ਸਨ, ਪਰ ਅਜੇ ਵੀ ਉਹਨਾਂ ਨੂੰ ਉਮੀਦ ਸੀ ਕਿ ਰਮਨ ਸਭ ਠੀਕ ਕਰ ਦੇਵੇਗਾ। ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਹੁਣ ਮੇਰੇ ਹੱਥ ਵਿੱਚ ਕੁਝ ਵੀ ਨਹੀਂ ਹੈ। ਮੈਨੂੰ ਉਮੀਦ ਨਹੀਂ ਸੀ ਕਿ ਮੇਰੇ ਨਾਲ ਅਜਿਹਾ ਵੀ ਹੋ ਸਕਦਾ ਹੈ ਤੇ ਮੇਰਾ ਘਰ ਉੱਜੜ ਜਾਵੇਗਾ। ਮੈਂ ਸਾਰਿਆਂ ਨੂੰ ਦਿਲਾਸਾ ਦੇ ਰਿਹਾ ਸੀ। ਇਸੇ ਤਰ੍ਹਾਂ ਰਾਤ ਨਿਕਲ ਗਈ। ਸਵੇਰੇ ਜਦੋਂ ਮੈਂ ਕੰਮ ਤੇ ਨਾ ਗਿਆ ਤਾਂ ਮਾਂ ਬੋਲੀ, ਰਮਨ ਬੇਟਾ, ਤੁਸੀਂ ਤਾਂ ਕੰਮ ਤੇ ਜਾਓ। ਜੇ ਤੁਸੀਂ ਕੰਮ ਤੇ ਨਾ ਗਏ ਤਾਂ ਅਸੀਂ ਕਿੱਥੋਂ ਖਾਵਾਂਗੇ? ਹੁਣ ਤਾਂ ਘਰ ਵਿੱਚ ਰਾਸ਼ਨ ਵੀ ਨਹੀਂ ਹੈ ਖਾਣਾ ਬਣਾਉਣ ਲਈ। ਮੈਂ ਕਿਹਾ, ਮਾਂ, ਮੇਰੀ ਸਿਹਤ ਠੀਕ ਨਹੀਂ ਹੈ। ਅਸੀਂ ਮੁਹੱਲੇ ਦੇ ਕਿਸੇ ਘਰੋਂ ਪੈਸੇ ਉਧਾਰ ਲੈ ਲੈਂਦੇ ਹਾਂ। ਮਾਂ ਨੇ ਮੇਰੇ ਵੱਲ ਘੂਰੀ ਵੱਟ ਕੇ ਕਿਹਾ, ਇਹ ਮੁਹੱਲੇ ਵਾਲੇ ਕਿਸੇ ਵਿਅਕਤੀ ਨੇ ਤਾਂ ਸਾਡੀ ਪੁਲਿਸ ਨੂੰ ਸ਼ਿਕਾਇਤ ਕਰਕੇ ਝੂਠੇ ਇਲਜ਼ਾਮ ਲਾਏ ਹਨ ਤੇ ਇਹਨਾਂ ਲੋਕਾਂ ਦੀ ਬਦੌਲਤ ਹੀ ਸਾਡੇ ਘਰ ਵਿੱਚ ਇਹ ਸਾਰਾ ਕਾਂਡ ਵਾਪਰਿਆ ਹੈ। ਕੀ ਅਸੀਂ ਵਿਹੜੇ ਵਿੱਚ ਨਸ਼ਾ ਛੁਪਾ ਕੇ ਰੱਖਿਆ ਹੋਇਆ ਸੀ? ਮੈਂ ਮਾਂ ਨੂੰ ਖੁਸ਼ ਕਰਨ ਲਈ ਘਰ ਤੋਂ ਬਾਹਰ ਚਲਾ ਗਿਆ, ਪਰ ਮੈਂ ਕੁਝ ਕਿਵੇਂ ਕਮਾ ਸਕਦਾ ਸੀ? ਜਦੋਂ ਸ਼ਾਮ ਨੂੰ ਖਾਲੀ ਹੱਥ ਵਾਪਸ ਆਇਆ ਤਾਂ ਸਾਰੇ ਹੈਰਾਨ ਰਹਿ ਗਏ। ਮੇਰਾ ਭਾਣਜਾ ਕਹਿਣ ਲੱਗਾ, ਮਾਮਾ ਜੀ, ਭੁੱਖ ਨਾਲ ਮੇਰਾ ਬੁਰਾ ਹਾਲ ਹੋ ਰਿਹਾ ਹੈ, ਕੁਝ ਤਾਂ ਲੈ ਕੇ ਆਉਂਦੇ। ਮੈਂ ਜਲਦੀ ਬਾਹਰ ਗਿਆ ਤੇ ਮੁਹੱਲੇ ਦੀ ਦੁਕਾਨ ਤੋਂ ਕੁਝ ਸੌਦਾ ਉਧਾਰ ਲੈ ਆਇਆ। ਜਦੋਂ ਮੈਂ ਉਹ ਸੌਦਾ ਘਰ ਦੇ ਦਿੱਤਾ ਤਾਂ ਭੈਣ ਮੇਰੇ ਕੋਲ ਆ ਕੇ ਬੈਠ ਗਈ ਤੇ ਕਹਿਣ ਲੱਗੀ, ਰਮਨ, ਮੈਨੂੰ ਲੱਗਦਾ ਹੈ ਕਿ ਕੁਝ ਗਲਤ ਹੋਇਆ ਹੈ। ਤੁਸੀਂ ਮੈਨੂੰ ਪਰੇਸ਼ਾਨ ਲੱਗ ਰਹੇ ਹੋ। ਮੈਨੂੰ ਦੱਸੋ ਕਿ ਕੀ ਹੋਇਆ ਹੈ? ਮੈਂ ਕਿਹਾ, ਭੈਣ, ਮੈਂ ਗੱਡੀ ਵੇਚ ਦਿੱਤੀ ਹੈ। ਮੇਰੀ ਭੈਣ ਨੇ ਮੇਰੀ ਗੱਲ ਸੁਣੀ ਤਾਂ ਉਹ ਦੰਗ ਰਹਿ ਗਈ। ਉਹ ਕਹਿਣ ਲੱਗੀ, ਕੀ ਕਹਿ ਰਿਹਾ ਹੈ? ਤੂੰ ਟੈਕਸੀ ਕਿਉਂ ਵੇਚੀ ਹੈ? ਮੈਂ ਭੈਣ ਨੂੰ ਸਾਰੀ ਗੱਲ ਦੱਸ ਦਿੱਤੀ। ਉਹ ਚੁੱਪਚਾਪ ਮੇਰੇ ਵੱਲ ਦੇਖਦੀ ਰਹੀ। ਉਹ ਮੈਨੂੰ ਕੁਝ ਕਹਿਣਾ ਚਾਹੁੰਦੀ ਸੀ ਪਰ ਕਹਿ ਨਾ ਸਕੀ। ਮਾਂ ਅੱਗੇ ਆ ਕੇ ਕਹਿਣ ਲੱਗੀ ਕਿ ਤੇਰੀ ਨੇਕੀ ਨਾਲ ਹੁਣ ਸਾਡਾ ਪੇਟ ਭਰੇਗਾ। ਸਾਰੀ ਉਮਰ ਤਾਂ ਭੁੱਖੇ ਹੀ ਰਹੇ। ਹੁਣ ਜੇ 4 ਪੈਸੇ ਹੱਥ ਵਿੱਚ ਆਉਣ ਲੱਗੇ ਸੀ ਤਾਂ ਤੈਨੂੰ ਪੁੰਨ ਕਰਨ ਦਾ ਬੁਖਾਰ ਚੜ ਗਿਆ ਹੈ। ਮੈਨੂੰ ਦੱਸ, ਤੈਨੂੰ ਕਿਸ ਨੇ ਪੁੰਨ ਕੀਤੀ ਸੀ? ਇਹ ਤਾਂ ਤੇਰੀ ਭੈਣ ਸੀ ਜਿਸ ਨੇ ਆਪਣੇ ਗਹਿਣੇ ਵੇਚ ਦਿੱਤੇ, ਤਾਂ ਹੀ ਘਰ ਦੇ ਹਾਲਾਤ ਸੁਧਰੇ ਤੇ ਤੂੰ ਪੁੰਨ ਕਰਨ ਲਈ ਟੈਕਸੀ ਹੀ ਵੇਚ ਦਿੱਤੀ। ਮੇਰੀ ਭੈਣ ਅੱਗੇ ਆਈ ਤੇ ਕਿਹਾ, ਮਾਂ, ਰਮਨ ਨੇ ਚੰਗਾ ਕੰਮ ਕੀਤਾ ਹੈ, ਉਸ ਨੂੰ ਕੁਝ ਨਾ ਕਹੋ। ਮਾਂ ਨੇ ਕਿਹਾ,
ਇਸਨੇ ਚੰਗਾ ਕੰਮ ਕੀਤਾ ਹੈ, ਸਾਨੂੰ ਕੀ ਮਿਲੇਗਾ ਇਸ ਦੇ ਚੰਗੇ ਕੰਮ ਤੋਂ? 2 ਵਕਤ ਦੀ ਰੋਟੀ ਮਿਲੇਗੀ। ਉਸ ਕੁੜੀ ਦਾ ਪਿਤਾ ਕਿਤੋਂ ਵੀ ਪੈਸੇ ਦਾ ਇੰਤਜ਼ਾਮ ਕਰ ਲੈਂਦਾ, ਪਰ ਰਮਨ ਨੇ ਸਾਨੂੰ ਤਾਂ ਭਿਖਾਰੀ ਕਰ ਦਿੱਤਾ ਹੈ। ਇਹ ਗੱਲਾਂ ਸੁਣ ਕੇ ਮੈਂ ਬਹੁਤ ਦੁਖੀ ਹੋਇਆ। ਮੈਂ ਰੋਣ ਲੱਗ ਪਿਆ। ਮੇਰੀ ਭੈਣ ਨੇ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਭ ਠੀਕ ਹੋ ਜਾਵੇਗਾ, ਪਰ ਕੁਝ ਵੀ ਠੀਕ ਨਹੀਂ ਹੋਇਆ। ਸਾਡੇ ਘਰ ਵਿੱਚ ਸਭ ਕੁਝ ਪਹਿਲਾਂ ਵਾਂਗ ਹੀ ਹੋਣ ਲੱਗਾ। ਫਿਰ ਗਰੀਬੀ ਆ ਗਈ। ਮਾਂ ਸਾਰਾ ਦਿਨ ਬੈਠੀ ਮੈਨੂੰ ਗੱਲਾਂ ਕਰਦੀ ਰਹਿੰਦੀ ਸੀ। ਮੋਨੂ ਬਹੁਤ ਉਦਾਸ ਸੀ। ਉਹ ਮੇਰੇ ਕੋਲ ਆ ਕੇ ਬੈਠ ਗਿਆ ਤੇ ਕਹਿਣ ਲੱਗਾ, ਮਾਮਾ ਕੀ ਨੇਕੀ ਬਹੁਤ ਮਾੜੀ ਚੀਜ਼ ਹੁੰਦੀ ਹੈ? ਮੈਂ ਝੱਟ ਕਿਹਾ, ਨਹੀਂ ਪੁੱਤਰ, ਅਜਿਹਾ ਨਹੀਂ ਹੈ। ਤੂੰ ਇਹ ਕਿਉਂ ਪੁੱਛ ਰਿਹਾ ਹੈ? ਤਾਂ ਉਸਨੇ ਕਿਹਾ, ਜਿਸ ਦਿਨ ਤੋਂ ਤੁਸੀਂ ਨੇਕੀ ਕੀਤੀ ਹੈ ਉਸ ਦਿਨ ਤੋਂ ਸਾਡੇ ਘਰ ਦੀ ਹਾਲਤ ਵਿਗੜ ਗਈ ਹੈ। ਤਾਂ ਮੈਨੂੰ ਲੱਗਣ ਲੱਗ ਪਿਆ ਸੀ ਕਿ ਨੇਕੀ ਕਰਨਾ ਕੋਈ ਚੰਗੀ ਗੱਲ ਨਹੀਂ ਹੈ। ਮੈਂ ਉਸਦੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ, ਬੇਟਾ, ਨੇਕ ਕੰਮ ਕਰਨਾ ਤਾਂ ਚੰਗਾ ਹੁੰਦਾ ਹੈ, ਪਰ ਪਰਮਾਤਮਾ ਸਾਡੀ ਪ੍ਰੀਖਿਆ ਵੀ ਲੈਂਦਾ ਹੈ। ਤੁਸੀਂ ਇਹ ਸਮਝੋ ਕਿ ਇਹ ਪ੍ਰੀਖਿਆ ਰੱਬ ਵੱਲੋਂ ਹੋ ਰਹੀ ਹੈ ਤੇ ਅਸੀਂ ਇਸ ਵਿੱਚੋਂ ਪਾਸ ਹੋਣਾ ਹੈ। ਮੈਨੂੰ ਉਮੀਦ ਹੈ ਕਿ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ। ਮੋਨੂ ਉਦਾਸ ਹੋ ਕੇ ਬੈਠ ਗਿਆ ਤੇ ਮੈਂ ਕਿਹਾ, ਜਾਵੋ ਵਿਹੜੇ ਵਿੱਚ ਖੇਡ ਲਵੋ। ਤਾਂ ਉਹ ਬੋਲਿਆ, ਮਾਮਾ, ਸਾਰਾ ਵਿਹੜਾ ਪੁੱਠਿਆ ਹੋਇਆ ਹੈ। ਜਦੋਂ ਮੈਂ ਉੱਥੇ ਖੇਡਦਾ ਹਾਂ ਮੇਰੇ ਪੈਰ ਜ਼ਖਮੀ ਹੋ ਜਾਂਦੇ ਹਨ। ਮੈਂ ਕਿਹਾ, ਤੁਸੀਂ ਪੁੱਟੇ ਹੋਏ ਵਿਹੜੇ ਕੋਲ ਬੈਠ ਕੇ ਖੇਡੋ। ਛੋਟੇ ਬੱਚਿਆਂ ਨੂੰ ਤਾਂ ਮਿੱਟੀ ਵਿੱਚ ਖੇਡਣ ਦਾ ਮਜ਼ਾ ਆਉਂਦਾ ਹੈ ਤੇ ਤੂੰ ਵੀ ਮਿੱਟੀ ਵਿੱਚ ਖੇਡ ਲੈ, ਤੈਨੂੰ ਚੰਗਾ ਲੱਗੇਗਾ। ਉਸਨੇ ਕਿਹਾ, ਠੀਕ ਹੈ। ਇਹ ਕਹਿ ਕੇ ਕਮਰੇ ਤੋਂ ਬਾਹਰ ਚਲਾ ਗਿਆ ਤੇ ਮੇਰਾ ਭਾਣਜਾ ਮੋਨੂ ਮਿੱਟੀ ਵਿੱਚ ਖੇਡਣ ਲੱਗ ਪਿਆ। ਮੈਂ ਇਹ ਸੋਚ ਰਿਹਾ ਸੀ ਕਿ ਹਰ ਇਨਸਾਨ ਪੁੰਨ ਨਹੀਂ ਕਰ ਸਕਦਾ। ਮੈਨੂੰ ਘੱਟੋ ਘੱਟ ਇਹ ਤਾਂ ਸੋਚਣਾ ਚਾਹੀਦਾ ਸੀ ਕਿ ਮੈਂ ਗੱਡੀ ਵੇਚ ਕੇ ਘਰ ਦਾ ਗੁਜ਼ਾਰਾ ਕਿਵੇਂ ਕਰਾਂਗਾ। ਪਰ ਫਿਰ ਮੇਰੀਆਂ ਅੱਖਾਂ ਸਾਹਮਣੇ ਉਸ ਕੁੜੀ ਦੇ ਮਾਪਿਆਂ ਦਾ ਚਿਹਰਾ ਆ ਗਿਆ। ਉਹਨਾਂ ਦੇ ਚਿਹਰੇ ਤੇ ਜਿਹੜੀ ਖੁਸ਼ੀ ਸੀ ਉਸ ਨੂੰ ਮਹਿਸੂਸ ਕਰਕੇ ਮੈਨੂੰ ਰਾਹਤ ਮਿਲ ਰਹੀ ਸੀ। ਉਸੇ ਵੇਲੇ ਮੋਨੂ ਕੁਝ ਦੇਰ ਖੇਡਣ ਤੋਂ ਬਾਅਦ ਮੇਰੇ ਵੱਲ ਭੱਜ ਕੇ ਆਇਆ ਤੇ ਬੋਲਿਆ, ਮਾਮਾ, ਵਿਹੜੇ ਵਿੱਚ ਕੁਝ ਨੱਪਿਆ ਪਿਆ ਹੈ। ਮੈਂ ਬਹੁਤ ਹੈਰਾਨ ਹੋਇਆ ਤੇ ਉਸਦੇ ਨਾਲ ਬਾਹਰ ਚਲਾ ਗਿਆ। ਉਸਨੇ ਇਸ਼ਾਰਾ ਕੀਤਾ ਕਿ ਵਿਹੜੇ ਦੇ ਅੰਦਰ ਕੋਈ ਚੀਜ਼ ਹੈ ਤੇ ਉਹ ਕਹਿਣ ਲੱਗਾ, ਮਾਮਾ ਜੀ, ਇਹ ਕਿਤੇ ਨਸ਼ਾ ਤਾਂ ਨਹੀਂ ਹੈ? ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿ ਹੁਣ ਮੇਰੇ ਲਈ ਕੋਈ ਨਵੀਂ ਪ੍ਰੀਖਿਆ ਤਾਂ ਨਹੀਂ ਆ ਗਈ। ਮੈਂ ਮੋਨੂ ਦੇ ਪਿੱਛੇ ਗਿਆ ਤੇ ਹੱਥਾਂ ਨਾਲ ਮਿੱਟੀ ਪੁੱਟਣ ਲੱਗਾ। ਜਦੋਂ ਮੈਂ ਮਿੱਟੀ ਪੁੱਟੀ ਤਾਂ ਦੇਖਿਆ ਕਿ ਇੱਕ ਛੋਟਾ ਜਿਹਾ ਕੱਪੜਾ ਸੀ ਜਿਸ ਦੇ ਅੰਦਰ ਕੁਝ ਬੰਨਿਆ ਹੋਇਆ ਸੀ। ਹੁਣ ਮੈਂ ਵੀ ਡਰ ਰਿਹਾ ਸੀ ਕਿ ਇਸ ਨੂੰ ਖੋਲਾਂ ਜਾਂ ਨਹੀਂ, ਪਰ ਮੈਂ ਹਿੰਮਤ ਕੀਤੀ ਤੇ ਪਰਮਾਤਮਾ ਦਾ ਨਾਮ ਲੈ ਕੇ ਉਸ ਨੂੰ ਖੋਲਿਆ ਤਾਂ ਮੇਰੀਆਂ ਅੱਖਾਂ ਦੰਗ ਰਹਿ ਗਈਆਂ। ਉਸ ਵਿੱਚ ਸੋਨੇ ਦੇ ਗਹਿਣੇ ਪਏ ਸਨ। ਇਹੀ ਨਹੀਂ, ਸੋਨੇ ਦੇ ਸਿੱਕੇ ਵੀ ਸਨ। ਮੈਂ ਮਾਂ ਤੇ ਭੈਣ ਨੂੰ ਜਲਦੀ ਇੱਥੇ ਆਉਣ ਲਈ ਕਿਹਾ। ਉਹ ਭੱਜ ਕੇ ਮੇਰੇ ਕੋਲ ਆਈਆਂ। ਜਦੋਂ ਉਹਨਾਂ ਦੀ ਨਜ਼ਰ ਗਹਿਣਿਆਂ ਤੇ ਪਈ ਤਾਂ ਉਹ ਵੀ ਹੈਰਾਨ ਰਹਿ ਗਈਆਂ। ਅਸੀਂ ਸਭ ਕੁਝ ਲੱਭਿਆ ਤਾਂ ਪਤਾ ਲੱਗਾ ਕਿ ਇਹ ਗਹਿਣੇ ਤਾਂ ਪਹਿਲਾਂ ਜੋ ਲੋਕ ਇੱਥੇ ਰਹਿੰਦੇ ਸੀ ਉਹ ਜ਼ਮੀਨ ਵਿੱਚ ਨੱਪ ਕੇ ਚਲੇ ਗਏ ਸੀ, ਜਿਹੜੇ ਬਹੁਤ ਸਮੇਂ ਤੋਂ ਇੱਥੇ ਸੀ। ਪਤਾ ਨਹੀਂ ਕਿੰਨਾ ਸਮਾਂ ਹਜੇ ਹੋਰ ਰਹਿੰਦੇ, ਸ਼ਾਇਦ ਸਦੀਆਂ ਬੀਤ ਜਾਂਦੀਆਂ, ਪਰ ਇਹ ਤਾਂ ਸਾਡੇ ਹਿੱਸੇ ਆਉਣੇ ਸੀ। ਸਾਡੀਆਂ ਅੱਖਾਂ ਵਿੱਚ ਹੰਝੂ ਸਨ। ਉਹ ਗਹਿਣੇ ਸਾਡੇ ਬਹੁਤ ਕੰਮ ਆਏ। ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ। ਭੈਣ ਦੇ ਗਹਿਣੇ ਵੇਚੇ ਸੀ, ਇਸ ਲਈ ਉਸ ਨੂੰ ਨਵੇਂ ਬਣਵਾ ਦਿੱਤੇ। ਮੋਨੂ ਦਾ ਚੰਗੇ ਸਕੂਲ ਵਿੱਚ ਦਾਖਲਾ ਕਰਵਾਇਆ ਗਿਆ ਸੀ। ਅਸੀਂ ਇੱਕ ਨਵਾਂ ਘਰ ਖਰੀਦ ਲਿਆ ਸੀ। ਮੇਰੀ ਭੈਣ ਲਈ ਵੀ ਚੰਗਾ ਰਿਸ਼ਤਾ ਆ ਗਿਆ ਸੀ। ਉਹ ਮੁੰਡਾ ਮੋਨੂ ਨੂੰ ਵੀ ਪਿਤਾ ਦੇ ਰੂਪ ਵਿੱਚ ਪਸੰਦ ਸੀ। ਮਾਂ ਨੇ ਇਹ ਰਿਸ਼ਤਾ ਭੈਣ ਦੀ ਰਜ਼ਾਮੰਦੀ ਨਾਲ ਤੈਅ ਕਰ ਦਿੱਤਾ ਸੀ। ਭੈਣ ਦਾ ਵਿਆਹ ਹੋ ਗਿਆ ਤੇ ਹੁਣ ਉਹ ਆਪਣੇ ਘਰ ਬਹੁਤ ਖੁਸ਼ ਹੈ। ਹੁਣ ਮਾਂ ਅਕਸਰ ਮੇਰੇ ਕੋਲ ਆ ਕੇ ਬੈਠ ਜਾਂਦੀ ਹੈ ਤੇ ਕਹਿੰਦੀ ਹੈ, ਰਮਨ, ਸਾਡੇ ਇਹ ਜੋ ਦਿਨ ਬਦਲੇ ਤੇਰੇ ਕਰਕੇ ਬਦਲੇ ਹਨ। ਜੇ ਤੇ ਕੋਈ ਚੰਗਾ ਕੰਮ ਨਾ ਕੀਤਾ ਹੁੰਦਾ ਤਾਂ ਅਸੀਂ ਵੀ 2 ਵਕਤ ਦੀ ਰੋਟੀ ਨੂੰ ਤਰਸ ਰਹੇ ਹੁੰਦੇ। ਤੂੰ ਮਿਹਨਤ ਨਾਲੋਂ ਪੁੰਨ ਦੇ ਕੰਮ ਨੂੰ ਅਹਿਮੀਅਤ ਦਿੱਤੀ ਤੇ ਰੱਬ ਨੇ ਸਾਨੂੰ ਸਾਡੀ ਔਕਾਤ ਨਾਲੋਂ ਵੀ ਜ਼ਿਆਦਾ ਦੇ ਦਿੱਤਾ ਹੈ। ਉਹ ਕਿਸੇ ਦਾ ਹੱਕ ਨਹੀਂ ਰੱਖਦਾ। ਜੇ ਕਿਸੇ ਨੂੰ ਪੁੰਨ ਕਰੋਗੇ ਤਾਂ ਉਹ ਵਾਪਸ ਜ਼ਰੂਰ ਕਰਦਾ ਹੈ, ਜਿਵੇਂ ਮੇਰੇ ਨਾਲ ਹੋਇਆ। ਮੈਂ ਤਾਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਇਹੀ ਸਿੱਖਿਆ ਹੈ ਕਿ ਪਰਮਾਤਮਾ ਉਹਨਾਂ ਨੂੰ ਬਹੁਤ ਕੁਝ ਦਿੰਦਾ ਹੈ ਜੋ ਕਿਸੇ ਦਾ ਭਲਾ ਕਰਦੇ ਹਨ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ। ਹੋਰ ਕਹਾਣੀਆਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ।
ਧੰਨਵਾਦ ਜੀ ਸਾਰਿਆਂ ਦਾ।